मन्ने पावै मोख द्वार, मन्ने परवारै साधार, मन्ने तरै तारे गुर सिख, मन्ने नानक भवै ना भिख। ऐसा नाम निरंजन होए, जे को मन जाने मन कोय। आख्या जिहड़े परमेश्वर दे नाम नूं मनन करनगे, पावै पा लैणगे मोख द्वार, मुक्ति दा दरवाजा। हुण गुरमत विच मरण तो बाद दी मुक्ति दी कोई गल नहीं, इत्थे तां जीवन मुक्ति दी गल है। ਉਹ ਇਹਨਾਂ ਵਿਕਾਰਾਂ ਤੋਂ, ਭੈੜੇ ਵਿਚਾਰਾਂ ਤੋਂ ਆਜ਼ਾਦ ਹੋ ਜਾਣਗੇ, ਛੁੱਟ ਜਾਣਗੇ। ਮੰਨੈ ਪਾਵੈ ਮੋਖ ਦੁਆਰ, ਮੰਨੈ ਪਰਵਾਰੈ ਸਾਧਾਰ। ਜਿਹੜਾ ਆਪ ਪਰਮੇਸ਼ਰ ਦੇ ਨਾਮ ਨੂੰ ਮੰਨੇਗਾ, ਉਹ ਫਿਰ ਆਪਣੇ ਪਰਿਵਾਰ ਨੂੰ ਵੀ ਜੋੜੇਗਾ। ਉਹ ਆਪਣੇ ਪਰਿਵਾਰ ਨੂੰ ਸਾਧਾਰ ਦਾ ਕੁਝ ਵਿਦਵਾਨਾਂ ਦਾ ਖਿਆਲ ਹੈ ਕਿ ਸੁਧਾਰ ਲੈਂਦਾ, पर जे दे स्पैलिंग देखे जान साधार, सहत आधार दे, वो अपने परिवार नूं, बच्चियां नूं भी परमेश्वर नाल जोड़दा है, ऐसा आसरा दिंदा है। मन्ने तरै तारे गुर सिख, जिहड़ा मन लैंदा है। कहंदे ने गुरु आप पहले मनदा है ते तरदा है। इस पंक्ति विच जितने अखर ने उतने विश्राम ने। मन्ने तरै तारे गुर सिख, गुरु आप पहले मनदा है, तरदा है, फिर अपने सिखा नूं तारदा। मन्ने नानक भवै ना भिख। नानक जी फरमांदे ने जिहड़ा परमेश्वर दे नाम नूं मनन करेगा, भवै ना भिख, वो दर दर दा मंगता नहीं बनता, वो एक अकाल पुरख तो ही मंगदा। ऐसा नाम निरंजन होए, जे को मन जाने मन कोय। ਇਹੋ ਜਿਹਾ ਨਿਰੰਜਨ ਦਾ ਨਾਮ ਹੈ, ਜੇ ਕੋਈ ਮਨ ਵਿੱਚ ਉਸ ਨੂੰ ਮਨਨ ਕਰ ਲਵੇ। ਪੰਚ ਪਰਵਾਨ ਪੰਚ ਪ੍ਰਧਾਨ, ਪੰਚੇ ਪਾਵੈ ਦਰਗਾ ਮਾਨ, ਪੰਚੇ ਸੋਹੈ ਦਰ ਰਾਜਾਨ, पंचां का गुर एक त्यान, जे को कह करे विचार, करते के करने नाही शुमार। तौल धर्म दया का पूत, संतोख था प्रखया जिन सूत। जे को बुझे होवे सचियार, तबले ऊपर कीता पार। धरती होर परे होर होर, तिसते भार तले कौन जोर। जी जात रंगा के नाम, सबना लिखया बड़ी कलाम। ए लेखा लिख जाने कोय, लेखा लिखया कीता होए। केता ताण सवालियो रूप, केती दात जाने कौन कूत। कीता पसाओ एको कवाओ, तिसते होए लख दरियाओ। कुदरत कमन कहाँ विचार, वारिया न जावा एक वार। जो तुद भावे साई भली कार, तू सदा सलामत निरंकार। गुरु सवारी साध संगत, हुण तीकर असी सुनिया अते मन्ने दियां पौड़ियां दी विचार कीती सी। क्योंकि कुदरती गल है, मनुख गूढ़ी नींदर विच सुता पिया, वो आवाज़ सुनदा है, जागदा है। जागण ते सौण दी अवस्था विच कुदरती एक वखरापन है। वो फिर अपने आले दुआले नूं देखदा है, चीज़ां नूं पछाणदा है ते तुरन दा यतन करदा। पातशाह ने सुनन दी महिमा समझा दित्ती कि सुनन दे नाल कितनी कुछ सोझी प्राप्त हुंदी है। फिर वो सुन के समझदा है ते समझ के तुरदा है। उस तुरन दी अवस्था नूं मनण दी अवस्था कहंदे।
ਉਸ ਅਵਸਥਾ ਨੂੰ ਸ਼ਬਦਾਂ ਰਾਹੀਂ ਬਿਆਨ ਕਰਨਾ ਅਤੀ ਮੁਸ਼ਕਲ ਹੈ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ। ਬਹੁਤ ਸਾਰੇ ਅਨੁਭਵੀ ਪੁਰਸ਼ਾਂ ਨੂੰ ਲੋਕਾਂ ਨੇ ਗੱਲੀ ਬਾਤੀ ਪੁੱਛਣ ਦਾ ਯਤਨ ਵੀ ਕੀਤਾ। ਜਿਸ ਤਰ੍ਹਾਂ ਕਬੀਰ ਜੀ ਫਰਮਾਉਂਦੇ ਨੇ, ਮੇਰੇ ਕੋਲ ਕਈ ਜਗਿਆਸੂ ਆਉਂਦੇ ਨੇ, ਕਬੀਰ ਜੀ ਦੱਸੋ ਤੁਹਾਨੂੰ ਪਰਮਾਤਮਾ ਨਾਲ ਮਿਲਣ ਜੋੜਨ ਸਿਮਰਨ ਕਰਨ ਦਾ ਕਿੰਨਾ ਕੁ ਸਵਾਦ ਆਇਆ, ਸਾਨੂੰ ਵੀ ਕੁਝ ਉਸ ਦਾ ਥੋੜਾ ਜਿਹਾ ਰੰਗ ਦਿਖਾਓ। ਤਾਂ ਕਬੀਰ ਜੀ ਕਹਿੰਦੇ ਨੇ, ਕਬੀਰ ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਉਨਮਾਨ, ਕਹਿਬੇ ਕੀ ਕੋ ਸ਼ੋਭਾ ਨਹੀਂ ਦੇਖਾ ਹੀ ਪਰਵਾਨ। ਜੇ ਮੈਂ ਕਹਿ ਵੀ ਦਿਆਂ ਤੁਹਾਨੂੰ ਕੀ ਮਿਲੇਗਾ? ਕਹਿਣ ਦਾ ਮਤਲਬ ਇਹ ਤਾਂ ਮੰਨਣ ਵਾਲੇ ਨੂੰ ਹੀ ਪਤਾ ਹੈ। ਹਾਂ, ਮੰਨਣ ਤੋਂ ਬਾਅਦ ਜੋ ਉਹਦੇ ਵਿੱਚ ਚੇਂਜ ਤਬਦੀਲੀ ਆਉਂਦੀ ਹੈ, ਉਹ ਪਾਤਸ਼ਾਹ ਨੇ ਬੜੇ ਸਰਲ ਸ਼ਬਦਾਂ ਵਿੱਚ ਸਮਝਾਇਆ। ਮੰਨੈ ਸੁਰਤ ਹੋਵੇ ਮਨ ਬੁੱਧ। ਇਹ ਸਾਰੀਆਂ ਪੌੜੀਆਂ ਵਿੱਚ ਇੱਕ ਤਰ੍ਹਾਂ ਦੀ ਉਹ ਅਧਿਆਤਮਕ ਵਿਦਿਆ ਜਾਂ ਉਹ ਕਮਾਈ ਹੈ ਜਿਹੜੀ ਕਰਨ ਤੋਂ ਬਾਅਦ ਫਿਰ ਮਨੁੱਖ ਆਪ ਤਰਦਾ ਹੈ ਅਤੇ ਗੁਰੂ ਦੀ ਸਿੱਖਿਆ ਨੂੰ ਮੰਨ ਕੇ ਦੂਜਿਆਂ ਨੂੰ ਤਾਰਦਾ ਹੈ, ਆਪਣੇ ਪਰਿਵਾਰ ਨੂੰ ਵੀ ਸਵਾਰਦਾ ਹੈ, ਉਹਨਾਂ ਨੂੰ ਵੀ ਚੰਗੇ ਪਾਸੇ ਲਾਉਂਦਾ ਹੈ। ਤੋ ਇਹ ਸਾਰੀ ਅਵਸਥਾ ਸਟੇਜ ਲੰਘਣ ਤੋਂ ਬਾਅਦ ਫਿਰ ਉਸ ਨੂੰ ਜੋ ਪਦਵੀ ਮਿਲਦੀ ਹੈ ਉਸ ਨੂੰ ਪੰਚ ਕਿਹਾ ਜਾਂਦਾ। ਪੰਜ ਅੱਖਰ ਸਾਡੇ ਆਮ ਸਮਾਜਿਕ ਜੀਵਨ ਵਿੱਚ ਵੀ ਵਰਤਿਆ ਜਾਂਦਾ। ਪਿੰਡਾਂ ਵਿੱਚ ਮੁਖੀ ਨੂੰ ਪੰਚ ਕਹਿੰਦੇ ਹਨ, ਜਿਹੜਾ ਅਗਵਾਈ ਕਰਦਾ। ਅਸੀਂ ਲੋਕੀ ਉਹਨੂੰ ਚੋਣਾਂ ਵਿੱਚ ਵੋਟਾਂ ਪਾ ਕੇ ਜਿੱਤਦੇ, ਉਹਨੂੰ ਵੀ ਪੰਚ ਮੁਖੀਆ ਕਿਹਾ ਜਾਂਦਾ। ਤੋ ਗੱਲ ਕੀ, ਜਿਵੇਂ ਕੋਈ ਪੜ੍ਹਾਈ ਪੜ੍ਹ ਕੇ ਕਿਸੇ ਡਿਗਰੀ ਨੂੰ ਪ੍ਰਾਪਤ ਕਰ ਲੈਂਦਾ, ਇਸ ਤਰ੍ਹਾਂ ਹੀ ਗੁਰੂ ਸਾਹਿਬ ਕਹਿੰਦੇ ਨੇ ਉਹ ਪੰਚ ਹਨ ਜਿਹੜੇ ਸੁਣ ਕੇ ਮੰਨਦੇ ਹਨ ਤੇ ਕਮਾਈ ਕਰਦੇ ਹਨ। ਪੰਚ ਪਰਵਾਨ ਪੰਚ ਪ੍ਰਧਾਨ, ਉਹ ਪੰਚ ਉਹ ਮੁਖੀ ਹੈ, ਉਸ ਪਰਮਾਤਮਾ ਦੀ ਦਰਗਾਹ ਵਿੱਚ ਪ੍ਰਵਾਨ ਹਨ, ਉਹ ਪ੍ਰਧਾਨ ਹਨ, ਮੁਖੀ ਹਨ। ਔਰ ਪੰਚੇ ਪਾਵੇਂ ਦਰਗਾਹ ਮਾਨ। ਹੁਣ ਇੱਥੇ ਥੋੜੀ ਜਿਹੀ ਵਿਚਾਰ ਕਰਨੀ ਜ਼ਰੂਰੀ ਹੈ ਕਿ ਅੱਖਰ ਹੈ ਦਰਗਾਹ, ਪਰ ਕਿਉਂਕਿ ਹਾਏ ਨੂੰ ਸਿਹਾਰੀ ਲੱਗੀ ਹੋਣ ਕਰਕੇ ਇਸ ਦਾ ਆਮ ਲੋਕ ਦਰਗਾਹ ਉਚਾਰਨ ਕਰਦੇ ਹਨ। ਪਰ ਇਹ ਜਿਹੜੀ ਹਾਏ ਨੂੰ ਸਿਹਾਰੀ ਹੈ ਇਹ ਅਰਥਾਂ ਵਾਸਤੇ ਹੈ। ਸ਼ਬਦ ਤਾਂ ਦਰਗਾਹ ਹੀ ਹੈ, ਦੱਦਾ ਰਾਰਾ ਗੱਗਾ ਹਾਹਾ ਦਰਗਾਹ। ਪਰ ਕੁਝ ਲੋਕ ਉਸ ਨੂੰ ਵੀ ਹੱਠ ਧਰਮੀ ਨਾਲ ਦਰਗਾਹ ਉਚਾਰਨ ਕਰਦੇ ਨੇ, ਜਦੋਂ ਕਿ ਉਹ ਪਾਠ ਦਰਗਾਹ ਹੈ। ਆ ਪਿੰਡ ਪਿੰਡ ਵਿੱਚ ਕਈ ਲੋਕਾਂ ਦੀਆਂ ਕਬਰਾਂ ਦਰਗਾਹ ਬਣੀਆਂ ਨੇ, ਕੋਈ ਵੀ ਉਹਨੂੰ ਦਰਗਾਹ ਨਹੀਂ ਕਹਿੰਦਾ, ਦਰਗਾਹ ਹੀ ਕਹਿੰਦਾ। ਪਰ ਇਹ ਜਿਹੜੀ ਦਰਗਾਹ ਦੇ ਹਾਏ ਨੂੰ ਸਿਹਾਰੀ ਦਾ ਮਤਲਬ ਦਰਗਾਹ ਵਿੱਚ ऐसे जो पंच ने, ऐसे जो मुखी ने, ऐसे जो परवान ते प्रधान ने, पंचे पावें दरगाह मान, वो वाहिगुरु की दरगाह विच इज्जत पाते हैं। पंचे सो हैं दर राजान, राजियां दी दरबार विच भी वो शोभा पाते हैं। पंचां का गुर एक ध्यान, पर उन्हां दी पछाण ये है कि उन्हां दा गुरु एक ध्यान, ਇੱਕ ਵੱਲ ਧਿਆਨ ਰੱਖਣਾ, ਇੱਕ ਦਾ ਸਿਮਰਨ ਕਰਨਾ, ਇੱਕ ਨਾਲ ਜੁੜਨਾ, ਇੱਕ ਨੂੰ ਮੰਨਣਾ। ਜੇ ਕੋ ਕਹਿ ਕਰੇ ਵਿਚਾਰ, ਜੇ ਕੋਈ ਇਸ ਨੂੰ ਕਹਿਣਾ ਤਥਾ ਵਿਚਾਰ ਕਰਨੀ ਚਾਹੇ, ਇਹ ਸਾਡੀ ਸਮਰੱਥਾ ਤੋਂ ਬਾਹਰ ਹੈ। ਪਾਤਸ਼ਾਹ ਕਰਨ ਕਰਤੇ ਕਹਿ ਕਰਨੇ ਨਾ ਹੀ ਸ਼ੁਮਾਰ, ਉਸ ਕਰਤੇ ਦੇ ਕੀਤੇ ਹੋਏ ਕੰਮਾਂ ਦਾ ਕੋਈ ਸ਼ੁਮਾਰ ਸ਼ਬਦ ਵੀ ਜਦੋਂ ਗਿਣਤੀ ਕੀਤੀ ਜਾਂਦੀ ਹੈ ਤਾਂ ਉਸ ਨੂੰ ਸ਼ੁਮਾਰ ਨੰਬਰ ਲਾਇਆ ਜਾਂਦਾ, 1 2 3 4। ਜਦੋਂ ਉਹ ਨੰਬਰ ਤੋਂ ਬਾਹਰ ਹੋ ਜਾਏ ਫਿਰ ਅਸੀਂ ਕਹਿੰਦੇ ਹਾਂ ਬੇਸ਼ੁਮਾਰ। ਤਾਂ ਗੁਰਦੇਵ ਕਹਿੰਦੇ ਨੇ ਕਰਤੇ ਕਹਿ ਕਰਨੇ ਨਾ ਹੀ ਸ਼ੁਮਾਰ। ਫਿਰ ਸਮਝ ਆ ਜਾਂਦੀ ਹੈ ਕਿ ਕੋਈ ਤੌਲਾ ਬਲਦ ਨਹੀਂ ਜਿਸ ਨੇ ਧਰਤੀ ਦਾ ਭਾਰ ਚੁੱਕਿਆ ਹੋਵੇ।
ਇਹ ਤਾਂ ਉਹ ਧਰਮ ਹੈ, ਇਹ ਤਾਂ ਉਹ ਵਿਧਾਨ ਹੈ, ਇਹ ਉਹ ਮਰਿਆਦਾ ਹੈ ਜੋ ਵਾਹਿਗੁਰੂ ਅਕਾਲ ਪੁਰਖ ਨੇ ਕਾਇਮ ਕੀਤੀ ਹੈ। ਉਹ ਹੈ ਅਸਲ ਧੌਲਾ ਬਲਦ। ਧੌਲ ਧਰਮ ਦਇਆ ਕਾ ਪੂਤ, ਪਰ ਉਸ ਦਾ ਜਨਮ ਦਇਆ ਦੀ ਕੁੱਖੋਂ ਹੁੰਦਾ ਹੈ। ਸੰਤੋਖ ਥਾਪ ਰਖਿਆ ਜਿਨ ਸੂਤ। ਹੁਣ ਇੱਥੇ ਸੂਤ ਦੇ ਤੱਤੇ ਨੂੰ ਵਿਸਿਆਰੀ ਹੈ, ਜਿਹਦਾ ਮਤਲਬ ਹੈ ਸੂਤਰ ਵਿੱਚ, ਮਰਿਆਦਾ ਵਿੱਚ। ਜਿਸ ਤਰ੍ਹਾਂ ਕੋਈ ਚਿਣਾਈ ਕਰਨ ਵਾਲਾ ਕਾਰੀਗਰ ਜਦੋਂ ਕਿਸੇ ਦੀਵਾਰ ਦੀ ਚਿਣਾਈ ਕਰਦਾ ਹੈ ਤੇ ਉਸ ਨੂੰ ਸਿੱਧਾ ਰੱਖਣ ਵਾਸਤੇ ਇੱਕ ਇੱਟ ਨੂੰ ਸੂਤਰ ਵਲੇਟ ਲੈਂਦਾ, ਦੂਜੀ ਇੱਟ ਨੂੰ ਸੂਤਰ ਵਲੇਟ ਲੈਂਦਾ ਤੇ ਫਿਰ ਚਿਣਾਈ ਉਸ ਸੂਤਰ ਦੇ ਵਿੱਚ ਕਰਦਾ। ਉਹ ਬਿਲਕੁਲ ਸਿੱਧੀ ਠੀਕ ਠਾਕ ਚਿਣਾਈ ਹੁੰਦੀ। ਇਸੇ ਤਰ੍ਹਾਂ ਉਸ ਵਾਹਿਗੁਰੂ ਅਕਾਲ ਪੁਰਖ ਨੇ ਸੰਤੋਖ ਥਾਪ ਰੱਖਿਆ ਜਿਨ ਸੂਤ, ਜਿਸ ਮਾਲਕ ਨੇ ਸੰਤੋਖ ਨੂੰ ਥਾਪ ਕੇ ਕਾਇਮ ਕੀਤਾ ਹੈ ਔਰ ਇਸ ਸੰਸਾਰ ਨੂੰ ਸੂਤਰ ਵਿੱਚ, ਮਰਿਆਦਾ ਵਿੱਚ ਤੋਰਿਆ। ਇਹ ਬਹੁਤ ਡੂੰਘੀ ਗੱਲ ਹੈ ਔਰ ਅਧਿਆਤਮਿਕ ਜੀਵਨ ਵਿੱਚ ਇਹ ਗੱਲ ਬਹੁਤ ਪਾਏ ਦੀ ਹੈ, ਪਤੇ ਦੀ ਹੈ। ਇਸ ਲਈ ਗੁਰਦੇਵ ਕਹਿੰਦੇ ਨੇ, ਜੇ ਕੋ ਬੁਝੈ ਹੋਵੇ ਸਚਿਆਰ। ਜੇ ਕੋਈ ਇਸ ਗੱਲ ਨੂੰ ਜਾਣ ਲਵੇ ਫਿਰ ਉਹ ਸਚਿਆਰ ਬਣ ਜਾਏਗਾ ਔਰ ਉਹਨੂੰ ਪਤਾ ਲੱਗ ਜਾਏਗਾ ਕਿ ਧਵਲੇ ਉੱਪਰ ਕੇਤਾ ਪਹਾੜ। ਧੌਲੇ ਦੀ ਕੀ ਪਾਇਆ ਹੈ ਕਿ ਉਹ ਧਰਤੀ ਦਾ ਭਾਰ ਚੁੱਕ ਸਕੇ। ਪਰ ਆਮ ਮਨੋਕਲਪਤ ਖਿਆਲ ਅੱਜ ਵੀ ਲੋਕਾਂ ਵਿੱਚ ਬਣਿਆ ਹੋਇਆ। ਜਦੋਂ ਕੋਈ ਹਨੇਰੀ ਭੁਚਾਲ, ਕੋਈ ਹਿਲਜੁਲ ਹੁੰਦੀ ਹੈ ਤੇ ਅੱਜ ਵੀ ਪਿੰਡਾਂ ਵਿੱਚ ਬੁੱਢੀਆਂ ਮਾਈਆਂ ਕਹਿ ਦਿੰਦੀਆਂ ਨੇ ਧੌਲੇ ਨੇ ਸਿੰਘ ਬਦਲਿਆ। ਪਾਤਸ਼ਾਹ ਕਹਿੰਦੇ ਨਹੀਂ ਭਾਈ, ਧੌਲੇ ਦੀ ਕੀ ਸਮਰੱਥਾ ਹੈ ਕਿ ਉਹ ਧਰਤੀ ਦਾ ਭਾਰ ਚੁੱਕ ਸਕੇ। ਧਰਤੀ ਹੋਰ ਪਰੈ ਹੋਰ ਹੋਰ। ਜੇ ਮੰਨ ਲਓ ਕਿ ਇਸ ਧਰਤੀ ਦਾ ਭਾਰ ਧੌਲੇ ਬਲਦ ਨੇ ਚੁੱਕਿਆ ਤੇ ਧੌਲੇ ਬਲਦ ਦਾ ਭਾਰ ਕਿਹਨੇ ਚੁੱਕਿਆ? ਅਸੀਂ ਕਹਿ ਦਿਆਂਗੇ ਥੱਲੇ ਹੋਰ ਧਰਤੀ ਹੈ, ਫਿਰ ਉਹਦਾ ਭਾਰ ਕਿਹਨੇ ਚੁੱਕਿਆ? ਇਹ ਸਿਲਸਿਲਾ ਤਾਂ ਮੁੱਕਣ ਵਾਲਾ ਨਹੀਂ। ਗੁਰੂ ਬਾਬਾ ਜੀ ਕਹਿੰਦੇ ਨੇ, ਭਾਈ ਧਰਤੀ ਹੋਰ ਪਰੈ ਹੋਰ ਹੋਰ, ਤਿਸ ਤੇ ਭਾਰ ਤਲੇ ਕਵਣ ਜ਼ੋਰ। ਕਿਸ ਦੀ ਸਮਰੱਥਾ ਹੈ ਕਿ ਉਸ ਦੇ ਥੱਲੇ ਭਾਰ ਚੁੱਕ ਸਕੇ? ਭਾਈ ਪਰਮਾਤਮਾ ਦੀ ਬੇਅੰਤ ਰਚਨਾ ਹੈ, ਜਿਹਦੇ ਵਿੱਚ ਜੀ ਜਾਤ ਰੰਗਾਂ ਕੇ ਨਾਮ। ਕਿਤਨੀ ਤਰ੍ਹਾਂ ਦੇ ਜੀਵ ਹਨ, ਕਿੰਨੀਆਂ ਜਾਤੀਆਂ ਹਨ, ਕਿੰਨੇ ਉਹਨਾਂ ਦੇ ਰੰਗ ਹਨ, ਕਿਤਨੇ ਉਹਨਾਂ ਦੇ ਨਾਮ ਹਨ। ਸਭਨਾ ਲਿਖਿਆ ਬੁੜੀ ਕਲਾਮ। ਸਾਰਿਆਂ ਦਾ ਹਿਸਾਬ ਕਿਤਾਬ ਉਸ ਵਾਹਿਗੁਰੂ ਅਕਾਲ ਪੁਰਖ ਨੇ ਹੁਕਮ ਰੂਪੀ ਚਲਦੀ ਕਲਮ ਨਾਲ ਲਿਖਿਆ ਹੈ। ਇਹ ਲੇਖਾ ਲਿਖ ਜਾਣੇ ਕੋਏ। ਹੁਣ ਇੱਥੇ ਵੀ ਕਈ ਪ੍ਰੇਮੀ ਇਸ ਹਾਏ ਦੇ ਔਂਕੜ ਨੂੰ ਇਹੋ ਬਣਾ ਕੇ ਬੋਲਦੇ ਹਨ, ਜਦੋਂ ਕਿ ਇਹ ਹੋੜਾ ਨਹੀਂ, ਇਹ ਔਂਕੜ ਹੈ ਔਰ ਇਹ ਇਸ ਗੱਲ ਦਾ ਸੂਚਕ ਹੈ। ਇਹ ਲੇਖਾ, ਜਿਸ ਲੇਖੇ ਦਾ ਜ਼ਿਕਰ ਕੀਤਾ ਜਾ ਰਿਹਾ ਹੈ, ਜਿਸ ਹਿਸਾਬ ਕਿਤਾਬ ਦਾ ਜ਼ਿਕਰ ਕੀਤਾ ਜਾ ਰਿਹਾ ਹੈ, ਗੁਰਦੇਵ ਕਹਿੰਦੇ ਨੇ ਇਹ ਲੇਖਾ ਲਿਖ ਜਾਣੇ ਕੋਏ। ਕਿਹਦੀ ਸਮਰੱਥਾ ਹੈ? ਕੋਈ ਉਸ ਵਾਹਿਗੁਰੂ ਅਕਾਲ ਪੁਰਖ ਦੀ ਬਣਾਈ ਹੋਈ ਸ੍ਰਿਸ਼ਟੀ ਦੇ ਲੇਖੇ ਨੂੰ ਲਿਖ ਸਕੇ? ਲੇਖਾ ਲਿਖਿਆ ਕੀਤਾ ਹੋਏ। ਜੇ ਕੋਈ ਲੇਖਾ ਲਿਖਣ ਦਾ ਯਤਨ ਵੀ ਕਰੇਗਾ, ਕਿੰਨਾ ਕੁ ਲਿਖੇਗਾ? ਆਮ ਤੌਰ ਤੇ ਸਾਡਾ ਗਣਿਤ ਦਾ, ਹਿਸਾਬ ਕਿਤਾਬ ਦਾ, ਮੈਥਮੈਟਿਕਸ ਦਾ ਤਰੀਕਾ ਹੈ ਬਈ ਇੱਕ ਦੇ ਨਾਲ ਇੱਕ ਜ਼ੀਰੋ ਲਾ ਦਿਓ, 10 ਕਹਿ ਦਿਓ, 2 ਲੱਗ ਜਾਣ 100। ਕਹਿੰਦੇ ਤਾਂ ਲੇਖਾ ਲਿਖਣਾ ਸੀਮਤ ਹੋ ਜਾਏ, ਇਹ ਲਿਖਿਆ ਜਾ ਹੀ ਨਹੀਂ ਸਕਦਾ। ਇਹ ਲੇਖਾ ਲਿਖ ਜਾਣੇ ਕੋਏ, ਲੇਖਾ ਲਿਖਿਆ ਕੀਤਾ ਹੋਏ। ਹੁਣ ਪਾਤਸ਼ਾਹ ਉਹਦਾ ਵਿਸਥਾਰ ਕਰਦੇ ਨੇ, ਕਹਿੰਦੇ ਕੀਤਾ ਤਾਣ, ਪਰਮੇਸ਼ਵਰ ਦਾ ਤਾਣ ਬਲ ਜਿਹੜਾ ਕਿਤਨਾ ਹੈ, ਕੌਣ ਲਿਖੇਗਾ? ਸਵਾਲਿਓ ਰੂਪ, ਉਹਦਾ ਸੁੰਦਰ ਰੂਪ ਕੌਣ ਦੱਸੇਗਾ? ਕੀਤੀ ਦਾਤ ਜਾਣੇ ਕੌਣ ਕੂਤ। ਕਿਤਨੀ ਕੁ ਉਸ ਦੀ ਦਾਤ ਹੈ ਜਿਹੜੀ ਅਸੀਂ ਵਰਤ ਰਹੇ ਹਾਂ। ਜਾਣੇ ਕੌਣ ਕੂਤ, ਇਹ ਜਿਹੜਾ ਕੂਤ ਅੱਖਰ ਹੈ, ਇਸ ਨੂੰ ਬੜੇ ਵਿਚਾਰਨ ਦੀ ਲੋੜ ਹੈ। ਮਹਾਨ ਕੋਸ਼ ਦੇ ਕਰਤਾ ਭਾਈ ਕਾਹਨ ਸਿੰਘ ਨਾਭਾ ਨੇ ਲਿਖਿਆ, ਖੇਤੀ ਦੇ ਅੰਨ ਨੂੰ
ਅਨੁਮਾਨਿਤ ਕਰਨ ਵਾਲਾ ਜੋ ਹੈ ਉਹਨੂੰ ਮਹਿਕਮਾ ਮਾਲ ਵਿੱਚ ਕਣਕੂਤੀਆ ਕਿਹਾ ਜਾਂਦਾ। ਪਹਿਲੇ ਸਮਿਆਂ ਵਿੱਚ ਅੱਜ ਵਰਗਾ ਮਾਮਲਾ ਲੈਣ ਦੇਣ ਦਾ ਤਰੀਕਾ ਨਹੀਂ ਸੀ। ਪਹਿਲੇ ਖੇਤ ਵਿੱਚੋਂ ਅੰਨ ਦੇ ਹਿਸਾਬ ਨਾਲ ਹੀ ਸਰਕਾਰ ਆਪਣਾ ਹਿੱਸਾ ਲੈਂਦੀ ਸੀ ਔਰ ਉਸ ਨੂੰ ਅਨੁਮਾਨ ਕਰਨ ਵਾਸਤੇ ਇੱਕ ਮਹਿਕਮੇ ਦਾ ਬੰਦਾ ਜਿਸ ਨੂੰ ਕਣਕੂਤੀਆ ਕਿਹਾ ਜਾਂਦਾ ਸੀ, ਉਹ ਜਾ ਕੇ ਜ਼ਮੀਨ ਦੇ ਆਲੇ ਦੁਆਲੇ ਮਿਣਤੀ ਕਰਦਾ ਤੇ ਇੱਕ ਹਿੱਸੇ ਵਿੱਚੋਂ ਥੋੜੀ ਜਿਹੀ ਫਸਲ ਵੱਢ ਕੇ ਉਹਨੂੰ ਝਾੜ ਲੈਂਦਾ ਤੇ ਉਹ ਜਿਤਨੀ ਮਰਲੇ ਵਿੱਚੋਂ ਹੁੰਦੀ ਉਹਨੂੰ ਫਿਰ ਸਾਰੇ ਖੇਤ ਉੱਤੇ ਮਲਟੀਪਲਾਈ ਕਰ ਲੈਂਦਾ ਤੇ ਫਿਰ ਉਹਦੇ ਉੱਤੇ ਟੈਕਸ ਲਾਉਂਦਾ। ਮਹਾਰਾਜ ਕਹਿੰਦੇ ਨੇ ਉਸ ਮਾਲਕ ਦੀਆਂ ਦਿੱਤੀਆਂ ਹੋਈਆਂ ਜੋ ਦਾਤਾਂ ਹਨ ਉਹਨਾਂ ਨੂੰ ਕੌਣ ਮਿਣੇਗਾ, ਕੌਣ ਗਿਣੇਗਾ, ਕੌਣ ਐਸਾ ਕਣਕੂਤੀਆ ਹੈ ਜਿਹੜਾ ਇਹ ਦੱਸ ਸਕੇ। ਮੈਂ ਤੇ ਕਈ ਵਾਰੀ ਬੇਨਤੀ ਕਰਦਾ ਭਈ ਜੇ ਕਿਸੇ ਘਰ ਪਰਿਵਾਰ ਦੇ ਮੁਖੀਏ ਨੂੰ ਕਹੀਏ ਤੂੰ ਆਪਣੇ ਘਰ ਦੀਆਂ ਚੀਜ਼ਾਂ ਦੀ ਲਿਸਟ ਬਣਾ ਕੇ ਦੱਸ, ਉਹ ਸਵੇਰ ਤੋਂ ਸ਼ਾਮ ਤੱਕ ਥੱਕ ਜਾਏਗਾ, ਆਂਦਾ ਮੇਰੇ ਤੋਂ ਨਹੀਂ ਲਿਖੀਆਂ ਜਾਂਦੀ। ਉਹ ਸਾਡਾ ਘਰ ਅਸੀਂ ਚੀਜ਼ਾਂ ਲਿਆਂਦੀਆਂ ਸਾਡੇ ਕੋਲ ਨਹੀਂ ਲਿਖੀਆਂ ਜਾਂਦੀਆਂ ਤਾਂ ਪਰਮਾਤਮਾ ਦੀ ਇਸ ਏਡੀ ਵੱਡੀ ਸ੍ਰਿਸ਼ਟੀ ਦੀਆਂ ਦਾਤਾਂ ਨੂੰ ਕੌਣ ਗਿਣੇਗਾ। ਕੀਤੀ ਦਾਤ ਜਾਣੇ ਕੌਣ ਕੂਤ, ਕੀਤਾ ਪਸਾਓ ਏਕੋ ਕਵਾਓ। ਪਸਾਓ ਦਾ ਮਤਲਬ ਹੈ ਪਸਾਰਾ। ਇਹ ਜਿਤਨਾ ਵੀ ਖਲਾਰਾ ਪਸਾਰਾ ਉਸਨੇ ਕੀਤਾ ਇੱਕ ਹੁਕਮ ਨਾਲ ਕਰ ਦਿੱਤਾ। ਕਵਾਓ ਦਾ ਮਤਲਬ ਇੱਕ ਬਚਨ ਨਾਲ ਇਹ ਸਾਰਾ ਖਲਾਰਾ ਕਰਨਾ। ਔਰ ਤਿਸਤੇ ਹੋਏ ਲੱਖ ਦਰਿਆਓ, ਉਸ ਦੇ ਹੁਕਮ ਨਾਲ ਹੀ ਇਹ ਲੱਖਾਂ ਦਰਿਆ, ਪਹਾੜ, ਬ੍ਰਿਛ, ਬੂਟੇ, ਪਤਾ ਨਹੀਂ ਕੀ ਕੁਝ ਬਣ ਗਏ। ਅਖੀਰ ਵਿੱਚ ਮਹਾਰਾਜ ਫਰਮਾਉਂਦੇ ਨੇ ਕੁਦਰਤ ਕਮਣ ਕਹਾਂ ਵਿਚਾਰ। ਦੇਖੋ ਗ੍ਰਾਮੈਟਿਕਲੀ ਲਗਾ ਮਾਤਰਾ ਨੂੰ ਧਿਆਨ ਵਿੱਚ ਰੱਖਦੇ ਹਾਂ। ਹੁਣ ਕਮਣ ਦਾ ਨਾਣਾ ਜਿਹੜਾ ਮੁਕਤਾ ਹੈ, ਕਿਉਂਕਿ ਕੁਦਰਤ ਅੱਖਰ ਜਿਹੜਾ ਉਹ ਫੀਮੇਲ ਹੈ, ਇਸਤਰੀ ਲਿੰਗ ਹੈ, ਇਸ ਲਈ ਕਮਣ ਦਾ ਨਾਣਾ ਮੁਕਤਾ ਹੋ ਗਿਆ। ਗੁਰਦੇਵ ਕਹਿੰਦੇ ਨੇ ਹੇ ਅਕਾਲ ਪੁਰਖ ਮੇਰੀ ਕੀ ਸਮਰਥਾ ਹੈ, ਮੇਰੇ ਵਿੱਚ ਕੀ ਤਾਕਤ ਹੈ, ਮੇਰੀ ਕੀ ਪਾਇਆ ਹੈ ਕਿ ਮੈਂ ਤੁਹਾਡੇ ਕੀਤੇ ਉੱਤੇ ਕੋਈ ਵਿਚਾਰ ਕਰ ਸਕਾਂ। ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ। ਮੈਂ ਤਾਂ ਇੱਕ ਵਾਰੀ ਵਾਰਨੇ ਜਾਣ ਜੋਗਾ ਵੀ ਨਹੀਂ, ਭਾਵੇਂ ਮੈਂ ਇਤਨਾ ਤੁੱਛ ਹਾਂ। ਜਿਵੇਂ ਬੂੰਦ ਨੂੰ ਕੋਈ ਕਵੇ ਵੀ ਤੂੰ ਸਾਗਰ ਦਾ ਅੰਤ ਦੱਸ, ਸਾਗਰ ਕਿਤਨਾ ਵੱਡਾ ਹੈ, ਬੂੰਦ ਕੀ ਦੱਸੇਗੀ। ਅਖੀਰ ਵਿੱਚ ਪਾਤਸ਼ਾਹ ਨੇ ਜੋ ਤੁਧ ਬਹਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਹੈ ਨਿਰੰਕਾਰ, ਜੋ ਤੈਨੂੰ ਚੰਗਾ ਲੱਗਦਾ ਹੈ ਉਹੀ ਕਾਰ ਚੰਗੀ ਹੈ ਔਰ ਤੂੰ ਹੀ ਸਦਾ ਸਲਾਮਤ ਕਾਇਮ ਰਹਿਣ ਵਾਲਾ ਹੈ। ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹੇ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰ ਮੋਹ ਪਕਸਾਰ, ਅਸੰਖ ਮੋਨ ਲਿਵਲਾਏ ਤਾਰ। ਕੁਦਰਤ ਕਮਣ ਕਹਾਂ ਵਿਚਾਰ, ਵਾਰਿਆ ਨ ਜਾਵਾਂ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਹੁਣ ਪਾਤਸ਼ਾਹ ਇਸ ਤੋਂ ਅੱਗੇ ਅਸੰਖ ਸ਼ਬਦ ਦੀ ਵਰਤੋਂ ਕਰਦੇ। ਇੱਥੇ ਭਾਵੇਂ ਅਸੀਂ ਅਸੰਖ ਗਿਣਤੀ ਦਾ ਸ਼ਬਦ ਕਹਾਂਗੇ, ਪਰ ਗੁਰੂ ਪਾਤਸ਼ਾਹ ਨੇ ਇਹਨੂੰ ਬੇਅੰਤਤਾ ਦੇ ਤੌਰ ਤੇ ਵਰਤਿਆ। ਅਸੰਖ ਜਪ। ਹੁਣ ਜਪ ਅੱਖਰ ਗੁਰਬਾਣੀ ਵੀ 3 ਰੂਪਾਂ ਵਿੱਚ ਆਉਂਦਾ। ਜਪ ਦੇ ਪੱਪੇ ਨੂੰ ਔਂਕੜ, ਜਪ ਪੱਪਾ ਮੁਕਤਾ, ਜਪ ਪੱਪੇ ਨੂੰ ਸਿਆਰੀ ਵਾ। ਹੁਣ ਜਦੋਂ ਜਪ ਪੱਪੇ ਨੂੰ ਔਂਕੜ ਵਾਲਾ ਇੱਕ ਨਾਉਨ ਸੀ, ਪੁਲਿੰਗ ਸੀ, ਇੱਕ ਵਚਨ ਸੀ,
तो जप अपा मुक्ता जो है ये बहुवचन प्लूरल बन गया। असंख्या ही जप, उस ਨੂੰ ਜਪਣ ਦੇ ਤਰੀਕੇ ਅਸੰਖਾ ਹੀ ਨੇ। ਅਸੰਖ ਭਾਉ, ਭਾਉ ਦਾ ਮਤਲਬ ਹੈ ਪ੍ਰੇਮ, ਉਹਦੇ ਨਾਲ ਪ੍ਰੇਮ ਕਰਨ ਦੇ ਤਰੀਕੇ ਵੀ ਅਸੰਖਾ ਹੀ ਹਨ। ਅਸੰਗ ਪੂਜਾ, ਅਸੰਗ ਤਪ ਤਾਉ, ਉਹਦੀ ਪੂਜਾ ਕਰਨ ਦੇ, ਤਪ ਤਾਉਣ ਦੇ, ਸਰੀਰ ਨੂੰ ਕਸ਼ਟ ਦੇਣ ਦੇ ਅਸੰਖਾ ਹੀ ਤਰੀਕੇ ਨੇ। ਜੋਗੀਆਂ ਨੂੰ ਪੁੱਛੋ, ਉਹਨਾਂ ਦੇ 84 ਆਸਨ ਹਨ, ਉਹਨਾਂ ਦੇ ਹੋਰ ਕਈ ਗੱਲਾਂ ਨੇ। ਪਾਤਸ਼ਾਹ ਕਹਿੰਦੇ ਨੇ ਵੱਖ-ਵੱਖ ਤਰੀਕਿਆਂ ਨਾਲ ਕੋਈ ਲੋਕ ਉਹਨੂੰ ਜਪ ਰਹੇ ਨੇ, ਪਰ ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਅਸੰਖ ਗ੍ਰੰਥ ਮੁਖ ਵੇਦ ਪਾਠ, ਹੁਣ ਇੱਥੇ ਮੁਖ ਦੇ ਖੱਖੇ ਨੂੰ ਸਿਆਰੀ ਹੈ। ਅਸੰਖਾਂ ਹੀ ਗ੍ਰੰਥ ਨੇ ਜਿਨ੍ਹਾਂ ਦਾ ਮੂੰਹ ਦੁਆਰਾ ਪਾਠ ਕੀਤਾ ਜਾ ਰਿਹਾ। ਵੇਦ ਹਨ, ਸ਼ਾਸਤਰ ਹਨ, ਉਪਨਿਸ਼ਦ ਹਨ, ਸਿਮਰਤੀਆਂ ਹਨ, ਪੁਰਾਣ ਹਨ, ਕੌਣ ਗਿਣੇ। ਭਾਵ ਉਹਨਾਂ ਦਾ ਅਸੰਖਾਂ ਹੀ ਲੋਕ ਆਪਣੇ ਮੂੰਹ ਦੇ ਨਾਲ ਪਾਠ ਕਰ ਰਹੇ ਨੇ। ਅਸੰਖ ਜੋਗ ਮਨ ਰਹੇ ਉਦਾਸ, ਅਸੰਖਾਂ ਹੀ ਜੋਗੀ ਜੋਗ ਧਾਰਨ ਕਰਕੇ ਘਰ ਛੱਡ ਕੇ ਜੰਗਲਾਂ ਨੂੰ ਚਲੇ ਗਏ। ਮਨ ਰਹੇ ਉਦਾਸ, ਮਨ ਦੇ ਨੰਨੇ ਨੂੰ ਸਿਆਰੀ, ਮਨ ਵਿੱਚ ਉਪਰਾਮ ਰਹਿੰਦੇ ਨੇ, ਅਤੀਤ ਹੋ ਜਾਂਦੇ ਨੇ, ਛੱਡ ਜਾਂਦੇ ਨੇ ਤੇ ਉਦਾਸੀ ਧਾਰਨ ਕਰੀ ਬੈਠੇ ਨੇ। ਅਸੰਖ ਭਗਤ ਗੁਣ ਗਿਆਨ ਵਿਚਾਰ, ਹੁਣ ਕਿਉਂਕਿ ਅਸੰਖ ਆਇਆ ਤੇ ਨਾਲ ਭਗਤ ਆਇਆ, ਤੇ ਭਗਤ ਦਾ ਤੱਤਾ ਮੁਕਤਾ ਹੈ। ਜੇ ਭਗਤ ਦੇ ਤੱਤੇ ਨੂੰ ਅੰਕੁੜ ਹੋਏਗਾ ਤੇ ਇੱਕ ਭਗਤ ਦੀ ਗੱਲ ਹੋਵੇਗੀ, ਜੇ ਭਗਤ ਦੇ ਤੱਤੇ ਨੂੰ ਸਿਆਰੀ ਹੋਵੇਗੀ ਤੇ ਭਗਤੀ ਦੀ ਗੱਲ ਹੋਵੇਗੀ। ਇੱਥੇ ਹੈ ਅਸੰਖ ਭਗਤ, ਅਸੰਖਾਂ ਹੀ ਭਗਤ ਹਨ ਜੋ ਉਸ ਪਰਮਾਤਮਾ ਦੇ ਗੁਣਾਂ ਦੀ ਗਿਆਨ ਦੁਆਰਾ ਵਿਚਾਰ ਕਰ ਰਹੇ ਹਨ। ਅਸੰਗ ਸਤੀ, ਅਸੰਖ ਦਾਤਾਰ, ਸਤੀ ਦਾ ਮਤਲਬ ਹੈ ਦਾਨੀ, ਜਿਹੜੇ ਉਸ ਪਰਮਾਤਮਾ ਦੇ ਦਿੱਤੇ ਹੋਏ ਪਦਾਰਥਾਂ ਵਿੱਚੋਂ ਲੋੜਵੰਦਾਂ ਨੂੰ ਦਿੰਦੇ ਨੇ, ਉਹਨਾਂ ਦੀ ਵੀ ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ। ਅਸੰਖਾ ਹੀ ਦਾਤਾਰ, ਦਾਤੇ ਦੇਣ ਵਾਲੇ ਵੀ ਅਸੰਖਾ ਹੀ। ਅਸੰਖ ਸੂਰ ਮੋਹ ਭਕਸਾਰ, ਅਸੰਖਾ ਹੀ ਸੂਰਮੇ ਹਨ ਜਿਹੜੇ ਮੈਦਾਨੇ ਜੰਗ ਵਿੱਚ ਮੋਹ ਪੱਖ ਸਾਰ। ਹੁਣ ਸਾਰ ਅੱਖਰ ਗੁਰਬਾਣੀ 'ਚ ਕਈ ਅਰਥਾਂ ਵਿੱਚ ਆਉਂਦਾ। ਸਾਰ ਦਾ ਮਤਲਬ ਸ੍ਰੇਸ਼ਟ ਵੀ ਹੈ, ਸਾਰ ਦਾ ਮਤਲਬ ਕਿਸੇ ਦੀ ਖਬਰ ਸਾਰ ਲੈਣੀ ਵੀ ਹੈ, ਸਾਰ ਦਾ ਮਤਲਬ ਫੌਲਾਦ ਵੀ ਹੈ। ਕਿਉਂਕਿ ਮੈਦਾਨੇ ਜੰਗ ਵਿੱਚ ਜਿਹੜੇ ਸ਼ਸਤਰ ਵਰਤੇ ਜਾਂਦੇ ਨੇ ਉਹ ਆਮ ਤੌਰ ਤੇ ਫੌਲਾਦ ਦੀਆਂ ਤਲਵਾਰਾਂ, ਬਰਛੇ, ਨੇਜੇ ਹੁੰਦੇ ਨੇ। ਤੋਂ ਅਸੰਖਾਂ ਹੀ ਸੂਰਮੇ ਜਿਹੜੇ ਮੋਹ ਪੱਖ ਸਾਰ ਮੈਦਾਨੇ ਜੰਗ ਵਿੱਚ ਮੂੰਹ ਉੱਤੇ ਫੌਲਾਦ ਦੇ ਸ਼ਸਤਰਾਂ ਦੇ ਵਾਰ ਭਖਦੇ ਹਨ, ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਅਸੰਖ ਮੋਨ ਲਿਵ ਲਾਏ ਤਾਰ, ਮੋਨ ਵਰਤ ਧਾਰਨ ਕਰਨ ਵਾਲੇ ਜਿਨ੍ਹਾਂ ਨੂੰ ਮੋਨੀ ਕਿਹਾ ਜਾਂਦਾ, ਉਹ ਵੀ ਅਨੇਕ ਨੇ ਜਿਹੜੇ ਲਿਵ ਲਾ ਕੇ ਤਾਰ ਸਮਾਧੀ ਲਾ ਕੇ ਬੈਠੇ ਹੋਏ ਨੇ। ਇਹਨਾਂ ਕੁਝ ਕਹਿ ਕੇ ਪਾਤਸ਼ਾਹ ਫਰਮਾਉਂਦੇ ਨੇ, ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ। ਮੇਰੀ ਕੀ ਸਮਰਥਾ ਹੈ ਕਿ ਮੈਂ ਕੋਈ ਇਸ ਤੇ ਵਿਚਾਰ ਕਰ ਸਕਾਂ। ਮੈਂ ਤੇ ਇੱਕ ਵਾਰੀ ਵਾਰਨੇ ਜਾਣ ਜੋਗਾ ਵੀ ਨਹੀਂ, ਬਸ ਇਹ ਕਹਿੰਦਾ ਹਾਂ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਕਈ ਵਾਰ ਪਾਠ ਕਰਨ ਵਾਲੇ ਪ੍ਰੇਮੀ ਇਹ ਜੀ ਇੱਥੇ ਟਿੱਪੀ ਨਹੀਂ, ਤੂੰ ਬੋਲੀਏ ਕਿ ਤੂੰ ਬੋਲੀਏ, ਨਹੀਂ, ਇਹ ਸੁੰਦਰਤਾ ਹੈ, ਇਹ ਕਵਿਤਾ ਦੇ ਤੋਲ ਦੀ ਸੁੰਦਰਤਾ ਹੈ। ਜੇ ਤੂੰ ਹੈ ਤੇ ਤੂੰ ਬੋਲੋ, ਜੇ ਤੂੰ ਹੈ ਟਿੱਪੀ ਨਾਲ ਤੇ ਤੂੰ ਬੋਲੋ। ਇਹ ਤੂੰ ਹੀ ਬੜਾ ਇੱਥੇ ਖੂਬਸੂਰਤ ਲੱਗਦਾ ਹੈ ਕਿ ਤੂੰ ਸਦਾ ਸਲਾਮਤ ਨਿਰੰਕਾਰ, ਹੈ ਨਿਰੰਕਾਰ, ਤੂੰ ਸਦਾ ਸਲਾਮਤ ਹੈ। ਔਰ ਜਿਹੜੀ ਗੱਲ, ਜਿਹੜਾ ਕੰਮ ਤੈਨੂੰ ਚੰਗਾ ਲੱਗਦਾ ਹੈ ਉਹੀ ਕਾਰ ਚੰਗੀ ਹੈ।